So today we will start herbal cosmetics. Ma'am, good afternoon. Good afternoon. Okay, herbal cosmetics ਦੇ ਵਿੱਚ starting to the again definition of cosmetic according to Drug and Cosmetic Act 1940. ठीक है, जो ਅਸੀਂ already पढ़ चुके हैं कि कोई भी आर्टिकल जो ਅਸੀਂ रब करते हैं, pour करते हैं, sprinkle करते हैं, spray करते पे हैं human body part ਤੇ, ठीक है, कादे वास्ते cleaning ਦੇ ਲਈ, ਨੂੰ beautify ਕਰਨ ਦੇ ਲਈ ਜਾਂ ਫਿਰ attractiveness ਨੂੰ promote ਕਰਨ ਦੇ ਲਈ। तो ਇਹਨਾਂ ਸਾਰੀ ਚੀਜ਼ਾਂ ਨੂੰ ਉਹਨਾਂ ਸਾਰੇ ਆਰਟੀਕਲਸ ਨੂੰ cosmetic ਕਹਿੰਦੇ ਆ। Included in this definition are products such as skin moisturizer. ਇਹਦੇ ਵਿੱਚ ਉਹਨੇ ਕਿਹੜੇ ਆਰਟੀਕਲ ਦੀ ਗੱਲ ਕੀਤੀ ਹੈ? ਅਨੀਤਾ ਤੁਸੀਂ ਓਕੇ, ਹੁਣ ਇਹਦੇ ਵਿੱਚ ਕਿਹੜੇ ਪ੍ਰੋਡਕਟਸ ਦੀ ਗੱਲ ਕੀਤੀ ਆ? ਜਿੱਦਾਂ ਕਿ ਮੋਇਸਚਰਾਈਜ਼ਰ ਹੋ ਗਏ, ਪਰਫਿਊਮਸ ਹੋ ਗਏ, ਲਿਪਸਟਿਕਸ ਹੋ ਗਈਆਂ, ਠੀਕ ਹੈ, ਦੈਨ ਸਾਡੇ ਕੋਲ finger nail polishes हो गए, ठीक है, makeup preparations हो गए, shampoos हो गए, so these are all cosmetic product, ठीक है। ਹੁਣ ਉਹਦੇ ਵਿੱਚ ਉਹਨੇ ਕੀ ਕਿਹਾ ਆ ਕਿ if the safety of a cosmetic product has not been substantiated, the product's label must read the safety of this product has not been determined। ਅਗਰ ਉਹਨੇ ਇਹ ਕਿਹਾ ਕਿ cosmetic product safe ਨਹੀਂ ਹੈਗਾ ਤਾਂ ਉਸ ਕੇਸ ਦੇ ਵਿੱਚ ਉਹਦੇ ਵਿੱਚ ਵਾਰਨਿੰਗ ਲਿਖੀ ਹੁੰਦੀ। Influence की ਹੁੰਦੇ cosmetic ਦੇ wearing more makeup has been positively correlated with women's public self consciousness। basically अगर स्पेशली ਆਪਾਂ women's ਦੀ ਗੱਲ ਕਰੀਏ ਕਿਉਂਕਿ ਉਹ ਮੇਕਅਪ ਅਪਲਾਈ ਕਰਦੀਆਂ ਕਿਉਂ ਕਰਦੀਆਂ ਆ ਕਿ ਬੇਸਿਕਲੀ ਉਹਨਾਂ ਦੀ ਸੈਲਫ ਕੌਨਸ਼ੀਅਸਨੈਸ ਦੇ ਲਈ ਉਹਨਾਂ ਨੂੰ ਲੱਗਦਾ ਆ ਕਿ ਮੇਕਅਪ ਅਪਲਾਈ ਕਰਨਗੀਆਂ ਤਾਂ ਉਹਨਾਂ ਦੀ ਅਟਰੈਕਟਿਵਨੈਸ ਇੰਕਰੀਜ਼ ਹੋਏਗੀ, ਠੀਕ ਹੈ। Cosmetics allow women to feel better about themselves, अपने आप को ਵਧੀਆ ਲੱਗਦੀ ਹੈ, ਸੈਲਫ ਐਸਟੀਮ, ਠੀਕ ਹੈ, ਉਹਨਾਂ ਨੂੰ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ, ਆਪਣੇ ਆਪ ਦੇ ਵਿੱਚ ਬਲੀਵ ਜਿਹੜਾ ਹੁੰਦਾ, ਵਿਸ਼ਵਾਸ ਹੁੰਦਾ, ਉਹ ਵੱਧ ਜਾਂਦਾ ਹੈ, ਸੋਸ਼ਲ ਇੰਟਰੈਕਸ਼ਨ ਇੰਕਰੀਜ਼ ਹੋ ਜਾਂਦੀ ਹੈ। ਫਿਰ ਆਪਾਂ ਗੱਲ ਕਰਨੀ ਅਬਾਊਟ ਹਰਬਲ ਪ੍ਰੋਡਕਟਸ। ਹਰਬਲ ਪ੍ਰੋਡਕਟਸ ਜਿਹੜੇ ਹੁੰਦੇ ਆ ਦੇ ਆਰ ਸੇਫ ਬਿਕੋਜ਼ ਦੇ ਆਰ ਨੈਚੁਰਲ, ਠੀਕ ਹੈ। They can be harmful if consumed improperly or in excessive amounts। हर्बल प्रोडक्ट्स ਜਿਹੜੇ ਆਪਾਂ ਕਹਿੰਦੇ ਸੇਫ ਹੁੰਦੇ ਆ ਬਿਕੋਜ਼ ਦੇ ਆਰ ਨੈਚੁਰਲ, ਲੇਕਿਨ ਉਹ ਹਾਰਮਫੁਲ ਹੋ ਸਕਦੇ ਆ ਇਫ ਦੇ ਆਰ ਕੰਜ਼ਿਊਮਡ ਇੰਪ੍ਰੋਪਰਲੀ, ਅਗਰ ਉਹਨੂੰ ਪ੍ਰੋਪਰਲੀ ਕੰਜ਼ਿਊਮ ਨਾ ਕੀਤਾ ਜਾਵੇ ਜਾਂ ਫਿਰ ਬਹੁਤ ਐਕਸੈਸਿਵ ਅਮਾਉਂਟ ਦੇ ਵਿੱਚ ਕੰਜ਼ਿਊਮ ਕੀਤਾ ਜਾਵੇ। ਕਾਸਮੈਟਿਕਲਸ ਜਿਹੜੇ ਹੁੰਦੇ ਆ ਕਾਸਮੈਟਿਕ ਪ੍ਰੋਡਕਟ ਹੁੰਦੇ ਜਿਹਦੇ ਕੀ ਬੇਸਿਕਲੀ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਕੀ ਹੁੰਦਾ, ਬਾਇਓਲੋਜੀਕਲ ਐਕਟਿਵ ingredients, ठीक है, और उन्होंने कुछ medical ते drug like benefits भी होते हैं, ठीक है। The ingredient with medicinal properties that manifest beneficial topical action and provide protection against degenerative skin conditions। So basically they are talking about skin condition, क्योंकि ਆਪਾਂ ਉਹਨੂੰ टॉपिकली मतलब कि superficial layer ਤੇ apply ਕਰਦੇ ਪਏ ਆ। ਸੋ ਉਹਨੇ ਕਿਹਾ ਕਿ ਜਿਹੜੇ ਕਾਸਮੈਟਿਕਲਸ ਹੁੰਦੇ ਆ ਉਹ ਪ੍ਰੋਡਕਟਸ ਹੁੰਦੇ ਆ ਕਾਸਮੈਟਿਕ ਪ੍ਰੋਡਕਟ ਜਿਹਦੇ ਵਿੱਚ ਕੁਝ ਬਾਇਓਲੋਜੀਕਲ ਐਕਟਿਵ ਇੰਗਰੀਡੀਐਂਟ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ, ਔਰ ਉਹਦੇ ਜਿਹੜੇ ਬੈਨੀਫਿਟਸ ਹੁੰਦੇ ਆ ਡਰਗ ਲਾਈਕ ਬੈਨੀਫਿਟਸ ਉਹ ਪ੍ਰੋਵਾਈਡ ਕੀਤਾ। ਜਿੱਦਾਂ ਅਸੀਂ ਕੋਈ ਮੈਡੀਸਨ ਲੈਣੇ ਬੈਨੀਫਿਟ ਆਉਂਦਾ ਉਸੇ ਤਰੀਕੇ ਨਾਲ ਉਹਨਾਂ ਨੂੰ ਅਪਲਾਈ ਕਰਨ ਤੇ ਸਾਨੂੰ ਬੈਨੀਫਿਟ obtain ਹੁੰਦੇ ਆ, ਠੀਕ ਹੈ। ਕਾਸਮੈਟਿਕਲ ਅਪੀਅਰੈਂਸ ਵੀ ਇੰਪਰੂਵ ਕਰਦੇ ਆ ਕਿਉਂਕਿ ਉਹ ਕੀ ਕਰਦੇ ਪਏ ਆ, ਨਿਊਟ੍ਰੀਐਂਟਸ ਨੂੰ ਡਿਲੀਵਰ ਕਰਦੇ ਪਏ ਆ ਸਕਿਨ ਦੇ ਉੱਤੇ, ਜਿਹਦੇ ਕਰਕੇ ਸਕਿਨ ਜਿਹੜੀ ਹੈਗੀ ਉਹ ਜ਼ਿਆਦਾ ਗਲੋ ਕਰਦੀ ਹੈ। ਐਡਵਾਂਟੇजेस ਕੀ ਹੁੰਦੇ, they do not provoke allergic reaction, do not have negative side effect। ਨਾ ਤਾਂ ਉਹਨਾਂ ਦੇ ਕੋਈ ਨੈਗੇਟਿਵ ਸਾਈਡ ਇਫੈਕਟ ਹੁੰਦੇ ਆ, ਨਾ ਹੀ ਬੇਸਿਕਲੀ ਉਹਨਾਂ ਨਾਲ ਕੋਈ ਐਲਰਜਿਕ ਰਿਐਕਸ਼ਨ ਹੁੰਦੀ ਆ। ਸਕਿਨ ਦੇ ਉੱਤੇ ਵੀ ਇਨਕੋਰਪੋਰੇਟ ਕਰ ਸਕਦੇ ਆ, ਹੇਅਰ ਤੇ ਵੀ ਈਜ਼ੀਲੀ ਇਨਕੋਰਪੋਰੇਟ ਕਰ ਸਕਦੇ ਆ, ਔਰ ਬਹੁਤ ਸਾਰੀ ਔਰ ਉਹਨਾਂ ਦੀ ਬਿਲਕੁਲ ਸਮਾਲ ਕੁਆਂਟੀਟੀ ਬਹੁਤ ਜ਼ਿਆਦਾ ਇਫੈਕਟਿਵ ਹੁੰਦੀ ਹੈ ਅਗਰ ਆਪਾਂ ਕੰਪੈਰੀਜ਼ਨ ਕਰੀਏ ਟੂ ਸਿੰਥੈਟਿਕ ਕਾਸਮੈਟਿਕਸ, ਠੀਕ ਹੈ। ਅਵੇਲੇਬਲ ਈਜ਼ੀ ਹੁੰਦੇ ਆ, ਲਾਰਜ ਵੈਰਾਈਟੀ ਦੇ ਵਿੱਚ ਔਰ ਕੁਆਂਟੀਟੀ ਦੇ ਵਿੱਚ ਇਹ ਅਵੇਲੇਬਲ ਹੁੰਦੇ ਆ। ਡਿਸਐਡਵਾਂਟੇजेस ਕੀ ਹੁੰਦੀਆਂ ਆ, ਇਹਨਾਂ ਦਾ ਇਫੈਕਟ ਬਹੁਤ ਜ਼ਿਆਦਾ ਸਲੋ ਹੁੰਦਾ ਹੈ। ਐਲੋਪੈਥਿਕ ਮੈਡੀਸਨ ਤੁਸੀਂ ਖਾਣ ਤੋਂ ਕੁਝ ਹੀ ਘੰਟੇ ਬਾਅਦ, ਕੁਝ ਮਿੰਟਸ ਬਾਅਦ ਵੀ ਇਫੈਕਟ ਜਿਹੜਾ ਸਟਾਰਟ ਹੋ ਜਾਂਦਾ, ਲੇਕਿਨ ਹਰਬਲ ਡਰਗ ਜਿਹੜਾ ਹੁੰਦਾ ਆ ਇਫੈਕਟ ਬਹੁਤ ਸਲੋ ਹੁੰਦਾ ਹੈ ਔਰ ਬਹੁਤ ਲੌਂਗ ਟਰਮ ਥੈਰੇਪੀ, ਮਤਲਬ ਕਿ ਸਾਨੂੰ ਬਹੁਤ ਲੰਬੇ ਟਾਈਮ ਦੇ ਲਈ ਉਹ ਜਿਹੜੀ ਡਰਗ ਹੈਗੀ ਆ ਉਹਨੂੰ ਲੈਣਾ ਪੈਂਦਾ ਹੈ। ਉਸ ਤੋਂ ਇਲਾਵਾ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਕਿਉਂਕਿ ਹਰਬਲ ਮੈਡੀਸਨਸ ਹੈਗੀਆਂ ਉਹਨਾਂ ਕੜਵੀਆਂ ਹੁੰਦੀਆਂ, ਜਿਹਨਾਂ ਨਾਲ ਟੇਸਟ ਤੇ ਉਹਨਾਂ ਦੀ ਜਿਹੜੀ ਆਰਡਰ ਹੁੰਦੀ ਆ ਉਹਨੂੰ ਰਿਕਵਰ ਕਰ ਪਾਣਾ, ਉਹਨੂੰ ਹਾਈਡ ਕਰ ਪਾਣਾ ਬਹੁਤ ਡਿਫਿਕਲਟ ਹੁੰਦਾ ਹੈ। ਮੈਨੂਫੈਕਚਰਿੰਗ ਪ੍ਰੋਸੈਸ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਤੇ ਕੰਪਲਿਕੇਟਡ ਹੁੰਦੀ ਹੈ, ਠੀਕ ਹੈ। ਜਿਸ ਤਰੀਕੇ ਨਾਲ ਆਪਾਂ ਪਹਿਲਾਂ ਸਾਨੂੰ ਐਕਸਟ੍ਰੈਕਟ ਕਰਨੀ ਪੈਂਦੀ ਹੈ ਡਰਗ, ਉਸ ਤੋਂ ਬਾਅਦ ਉਹਨੂੰ ਇਨਕੋਰਪੋਰੇਟ ਕਰਨੀ ਪੈਂਦੀ ਹੈ।
प्रोसीजर बहुत ज्यादा कम्बरसम हो जाता है और कोई भी फार्माकोपिया जिहड़ा हैगा आ उन्हें कोई प्रोसीजर नहीं कोई इंग्रीडिएंट नहीं हर्बल कॉस्मेटिक लैके डिफाइन किया होया ਕਿਹੜੀ ਸਾਈਟ ਤੇ ਆਪਾਂ ਅਪਲਾਈ ਕਰ ਸਕਦੇ ਹਾਂ ਕਾਸਮੈਟਿਕ ਸਕਿਨ ਤੇ हेयर ਤੇ ਡੈਂਟਲ ਪ੍ਰੋਡਕਟਸ ਤੇ ਨੇਲਸ ਤੇ ਆਈਜ਼ ਤੇ ਸਭ ਤੋਂ ਪਹਿਲਾਂ ਸਕਿਨ ਦੇ ਲਈ ਹਰਬਲ ਅਪਰੋਚ ਜਿਹੜੀ ਹੁੰਦੀ ਪ੍ਰੋਪਰ ਸਕਿਨ ਕੇਅਰ ਦੇ ਲਈ ਉਹਦੇ ਕੁਝ ਬੇਸਿਕਲੀ 3 ਸਟੈਪਸ ਹੈਗੇ ਆ ਠੀਕ ਹੈ ਸਭ ਤੋਂ ਪਹਿਲਾਂ ਕਲੀਨਜ਼ਿੰਗ ਕਰਨਾ ਸਕਿਨ ਨੂੰ ਕਲੀਨ ਕਰਦੀ ਹੈ ਫਿਰ ਉਹਨੂੰ ਨਰਿਸ਼ ਕਰਦੀ ਹੈ ਠੀਕ ਹੈ ਉਸ ਤੋਂ ਬਾਅਦ ਉਹਨੂੰ ਮॉइस्चराइज ਕਰਦੀ ਹੈ ਠੀਕ ਹੈ ਸੋ ਜਿਸ ਤਰ੍ਹਾਂ ਦੀ ਵੀ ਸਕਿਨ ਹੈਗੀ whatever may be the type of skin these 3 steps are external care of the skin to protect from the constant effect of environment stress and skin's natural process of cell degradation decay उन्होंने क्या किया कि हुण आपां स्किन की गल करते हैं क्लीन करना नरिश करना मॉइस्चराइज करना जिद्दां आपां पहला क्लीनजिंग करते हैं उसके बाद आपां नरिशमेंट दे कुछ अप्लाई करते हैं फिर मॉइस्चराइज करते हैं सो इट मीनस आपां की करते पे आ कि जिहड़ी साडी स्किन हैगी सैल हैगे आ वो कुछ टाइम बाद डिग्रेड हो जाते हैं अगर आप अपनी स्किन की केयर नहीं करते तो कुछ दिन फेस वॉश नहीं करोगे तो तुहानूं लगूगा कि तुहाडे फेस ते जिहड़ी हैगी एक लेयर जिहड़ी अब्जॉर्ब होगी स्टार्ट होंदी है उहनूं रिमूव करना जरूरी होंदा सो उहनूं क्लीन करना उस तो बाद जो क्लीनिंग करते हैं तो साडी पोर्स जिहड़े एम्प्टी हो जाते हैं उन्होंने प्रॉपर ਆਪਾਂ ਕਿਸੇ स्किन केयर प्रोडक्ट ਦੇ ਨਾਲ ਫਿਲ ਕਰਾਂਗੇ ਤਾਂ ਹੀ ਸਾਡੀ ਜਿਹੜੀ ਨਰਿਸ਼ਮੈਂਟ ਹੈ मेंटेन होगी ठीक है और उस तो बाद मॉइस्चराइज क्योंकि अगर ड्राइनेस हैगी है बाहर तो साडी स्किन जिहड़ी हैगी है वो ब्रीथ करती रहती है जिहदे करके ड्राइनेस साडी स्किन दे ऊपर एज अ लेयर डिपॉजिट होनी स्टार्ट हो जाती है इस चीज ਨੂੰ अवॉइड ਕਰਨ ਦੇ ਲਈ मॉइस्चराइजिंग ਜ਼ਰੂਰੀ ਹੈਗੀ ਸੋ ਉਹਨੇ ਕੀ ਕੀਏਗਾ ਕਿ ਇਨਵਾਇਰਨਮੈਂਟ ਦੇ ਇਫੈਕਟ ਤੋਂ ਬਚਣ ਦੇ ਲਈ ਸਾਨੂੰ ਇਹ ਤਿੰਨੋਂ ਸਟੈਪ ਜਿਹੜੇ ਹੈਗੇ ਆ ਐਕਸਟਰਨਲ ਕੇਅਰ ਦੇ ਲਈ ਜ਼ਰੂਰੀ ਹੈਗੇ ਫॉर द स्किन मोरोवर ਜਿਹੜੀ ਨੈਚੁਰਲ ਪ੍ਰੋਸੈਸ ਹੈਗੀ ਆ ਸੈਲ ਡੀਗ੍ਰੇਡੇਸ਼ਨ ਦੇ ਉਸ ਚੀਜ਼ ਤੋਂ ਵੀ ਬਚਾਉਣ ਦੇ ਲਈ ਹੈਲਪ ਕਰਦੇ ਆ therefore in order to help the skin look young and radiant exfoliation to remove dead skin cell exfoliation मतलब ਆਪਾਂ ਕੁਝ ਚੀਜ਼ ਅਪਲਾਈ ਕਰਦੇ ਪਏ ਆ ਜਿੱਦਾਂ ਆਪਾਂ ਕੋਈ ਫੇਸ਼ੀਅਲ ਟ੍ਰੀਟਮੈਂਟ ਕਲੀਨਜ਼ਿੰਗ ਟ੍ਰੀਟਮੈਂਟ ਲੈਂਦੇ ਆ ਜਿਹਨਾਂ ਸਾਡੇ ਸਕਿਨ ਸੈਲ ਜਿਹੜੇ ਡੈਡ ਸਕਿਨ ਸੈਲ ਹੁੰਦੇ ਉਹਨਾਂ ਨੂੰ ਆਪਾਂ ਰਿਮੂਵ ਕਰੀਏ ਫਿਰ ਐਪੀਡਰਮਲ ਸਟਿਮੂਲੇਸ਼ਨ ਫॉर ਨਿਊ ਸੈਲ ਗਰੋਥ मतलब कि ਸਾਡੇ ਜਿਹੜੇ ਐਪੀਡਰਮਿਸ ਲੇਅਰ ਹੈਗੀ ਆ ਜਿੱਥੇ ਸਾਡੀ ਸੈਲਸ ਦੀ ਗਰੋਥ ਹੁੰਦੀ ਪਈ ਆ ਅਗਰ ਸਾਡੇ ਸੈਲ ਡੈਮੇਜ ਹੋ ਗਏ ਉਹਨੂੰ ਤਾਂ ਆਪਾਂ ਰਿਮੂਵ ਕਰਤਾ ਤੇ ਤੱਕ ਨਿਊ ਸੈਲ ਜਿਹੜੇ ਗਰੋ ਨਹੀਂ ਕਰਨਗੇ ਸਕਿਨ ਜਿਹੜੀ ਹੈਗੀ ਆ ਗਰੋ ਨਹੀਂ ਕਰੇਗੀ ਸੋ ਉਸ ਚੀਜ਼ ਨੂੰ ਸਟਿਮੂਲੇਟ ਕਰਨਾ ਸੋ ਆਪਾਂ ਅਗਰ ਮਸਾਜ ਕਰਦੇ ਆ ਤਾਂ ਉਹਦੇ ਨਾਲ ਉਹਨੂੰ ਸਟਿਮੂਲੇਸ਼ਨ ਮਿਲਦੀ ਹੈ ਤਾਂ ਕਿ ਸੈਲ ਦੀ ਗਰੋਥ ਵੀ ਸਟਾਰਟ ਹੋ ਜਾਂਦੀ ਹੈ then antioxidant properties for cellular regeneration and repair antioxidant मतलब कि जो साडे सेल रिपेयर हो कोई डैमेज हो चुकी है स्किन को रिपेयर करती हैगी आ और उन्हें दोबारा तो अपने फॉर्म दे विच लेके आउंदी है ठीक है कैपिलरी ब्लड फ्लो ਨੂੰ इंप्रूव करती है मॉइस्चर ਨੂੰ पेनिट्रेट करती है न्यूट्रिएंट्स प्रोवाइड करती है टू ऑल द लेयर्स ऑफ स्किन हर्बल कॉस्मेटिक बहुत सारी स्किन ਦੇ ਲਈ ਹੁੰਦੇ ਡਰਾਈ ਸਕਿਨ ਦੇ ਲਈ ਐਗਜ਼ਾਮਪਲ ਦੇ ਦਿੱਤੀਆਂ ਉਹਨੇ ਠੀਕ ਹੈ ਜਿੱਦਾਂ ਕਿ ਰੂਬੀਆ ਕਾਰਡੀਫੋਲੀਆ ਮੰਜਿਸਟਾ ਕਹਿੰਦੇ ਆ ਟ੍ਰਿਫਲਾ ਹੋ ਗਿਆ ਤੁਲਸੀ ਹੋ ਗਈ ਠੀਕ ਹੈ ਗਲਾਈਕਰੀਜ਼ਾ ਗਲੈਬਰਾ ਸੀਸਮ ਆਇਲ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਦੇ ਸਕਦੇ ਹੋ ਫਰੂਟ ਫੇਸ ਮਾਸਕ ਜਿੱਦਾਂ ਕਿ ਐਵੋਕਾਡੋ ਪਲਪ ਲੈ ਲਿਆ ਬਨਾਨਾ ਲੈ ਲਿਆ ਸੋ ਹੁਣ ਤੁਸੀਂ ਬੇਸਿਕਲੀ ਹਰਬਲ ਕੌਸਮੈਟਿਕ ਚ ਕਰਨਾ ਕੀ ਹੈਗਾ ਯੂ ਸ਼ੁਡ ਰੀਡ ਅਬਾਊਟ ਆਲ ਥੀਸ ਪ੍ਰੋਡਕਟ ਤੁਹਾਨੂੰ ਬੇਸਿਕਲੀ ਪ੍ਰੋਡਕਟ ਬਾਰੇ ਪਤਾ ਹੋਣਾ ਚਾਹੀਦਾ ਕਿ ਸਕਿਨ ਕੇਅਰ ਦੇ ਲਈ ਡਰਾਈ ਸਕਿਨ ਦੇ ਲਈ ਕਿਹੜੇ ਪ੍ਰੋਡਕਟ ਹੈਗੇ ਆ ठीक है ਕਿਹੜੇ ਹਰਬਲ ਕਾਸਮੈਟਿਕ ਹੈਗੇ ਆ ਸਿਮਿਲਰਲੀ ਸੈਂਸਿਟਿਵ ਸਕਿਨ ਦੇ ਲਈ ਆਪਾਂ ਕਿਹੜੇ ਯੂਜ਼ ਕਰ ਸਕਦੇ ਆ ਅਗਰ ਫੂਡ ਮਾਸਕ ਹੈਗਾ ਉਹਦੇ ਵਿੱਚ ਕੀ ਅਸੀਂ ਚੀਜ਼ ਐਡ ਕਰਨੀ ਹੈਗੀ ਆ ਸੋ ਦੈਟ ਯੂ ਸ਼ੁਡ ਲਰਨ ਅਬਾਊਟ ਬੇਸਿਕਲੀ ਅਬਾਊਟ ਹਰਬਲ ਕਾਸਮੈਟਿਕਸ oily skin ਦੇ ਲਈ ਤੁਲਸੀ ਇਡੋਡਰਾ ਜਟੀਫਾ ਨਿੰਬਾ so these are the examples of herbs which are used for oily skin ठीक है so ਹੁਣ ਤਿੰਨਾਂ ਦੇ ਵਿੱਚ ਉਹਨੇ ਫਰੂਟ ਫੇਸ ਮਾਸਕ ਦੱਸਿਆ ਅਗਰ ਡਰਾਈ ਸਕਿਨ ਹੈਗੀ ਆ ਤਾਂ ਬਨਾਨਾ ਫੇਸ ਮਾਸਕ ਲੈਣਾ ਜਾਂ ਫਿਰ ਐਵੋਕਾਡੋ ਪਲਪ ਲੈਣਾ ਅਗਰ ਤੁਹਾਡੀ सेंसिटिव स्किन हैगी है तो बनाना भी ले सकते हो बनाना पल्प या फिर पाइनएप्पल पल्प यूज कर सकते हो अगर ਤੁਹਾਡੀ ऑयली स्किन हैगी उस केस ਦੇ ਵਿੱਚ ਤੁਸੀਂ ਪਪਾਇਆ ਪल्प ਲੈਣਾ ਜਾਂ ਫਿਰ स्ट्रॉबेरी ठीक है फिर आगे टाइप्स ऑफ हर्बल क्रीम्स ਸਾਡੇ ਕੋਲ क्रीम्स बहुत तरह ਦੀਆਂ हर्बल क्रीम बेसिकली कोल्ड क्रीम हो गया it is an emulsion in which the fat predominates but the cooling effect produced when it is applied to the skin is due to skin evaporation of the water contained cold cream ਜਿਹੜੀ ਹੁੰਦੀ ਜਨਰਲੀ ਆਪਾਂ ਕੀ ਕਰਦੇ ਬਹੁਤ oily ਹੁੰਦੀ ਹੈ क्योंकि ਇਹਦੇ ਵਿੱਚ ਫੈਟ ਜਿਹੜਾ ਹੁੰਦਾ ਉਹ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਅਸੀਂ ਫੈਟ ਮਤਲਬ ਕਿ ਆਪਾਂ ਐਸਾ ਆਇਲ ਨਹੀਂ ਐਡ ਕਰਦੇ ਆ ਫੈਟ ਜਿਹੜਾ ਹੁੰਦਾ ਟ੍ਰਾਂਸ ਫੈਟ ਜਾਂ ਮਤਲਬ ਜਿਹੜੇ ਸਾਡੇ ਕੋਲ ਫੈਟੀ ਮਟੀਰੀਅਲ ਹੁੰਦੇ ਜਿਹੜੇ ਜੰਮ ਜਾਂਦੇ ਆ ਆਪਾਂ ਉਹ ਜ਼ਿਆਦਾ ਯੂਜ਼ ਕਰਦੇ ਆ ਇਨ ਫੂਡ ਤੇ ਸੋ ਹੁੰਦਾ ਕੀ ਹੈ ਕਿ ਜਦੋਂ ਅਸੀਂ ਇਟਸ ਅ ਕਾਈਂਡ ਆਫ ਇਮਲਸ਼ਨ ਐਂਡ when we apply this it produce cooling effect
ਕੂਲਿੰਗ ਇਫੈਕਟ ਕੀ ਹੁੰਦਾ ਕਿ ਜੋ ਇਹਦੇ ਵਿੱਚ ਕੁਝ ਜਿੱਦਾਂ ਹੁਣ ਇਹਦੇ ਵਿੱਚ ਹੈਗਾ ਵਾਟਰ ਇਨ ਆਇਲ ਜ਼ਿਆਦਾ ਪ੍ਰੀਡੋਮੀਨੇਟ ਕਰਦਾ ਪਿਆ ਆ, ਠੀਕ ਹੈ, ਆਇਲੀ ਪੋਰਸ਼ਨ ਫੈਟ ਪ੍ਰੀਡੋਮੀਨੇਟ ਕਰਦਾ ਪਿਆ। ਸੋ ਜਦੋਂ ਅਸੀਂ ਅਪਲਾਈ ਕਰਾਂਗੇ ਜਿਹੜਾ ਰਿਮੇਨਿੰਗ ਵਾਟਰ ਹੈਗਾ ਉਹ ਵੀ ਇਵੈਪੋਰੇਟ ਕਰ ਜਾਣਾ, ਜਿਹਦੇ ਕਰਕੇ ਕੂਲਿੰਗ ਇਫੈਕਟ ਪ੍ਰੋਡਿਊਸ ਹੁੰਦਾ। ਉਹਦੀ ਐਗਜ਼ਾਮਪਲ ਦੇਤੀ, ਤੁਸੀਂ ਕੋਈ ਵੀ ਐਗਜ਼ਾਮਪਲ ਕਰ ਸਕਦੇ ਹੋ, ਠੀਕ ਹੈ। ਬਟ ਅਗਰ ਤੁਸੀਂ ਹਰਬਲ ਦੀ ਦੇ ਰਹੇ ਹੋ ਤਾਂ ਉਹਦੇ ਵਿੱਚ ਕੋਈ ਨਾ ਕੋਈ ਹਰਬਲ ਪ੍ਰੋਡਕਟ ਹੋਣਾ ਚਾਹੀਦਾ ਆ। ਸਿਮਿਲਰਲੀ ਵੈਨਿਸ਼ਿੰਗ ਕਰੀਮ, ਇਹ ਜਿਹੜੀ ਨੇ ਐਗਜ਼ਾਮਪਲ ਦਿੱਤੀ ਹੋਈ ਹੈ, ਇਹਦੇ ਵਿੱਚ ਉਹਨੇ ਹਰਬਲ ਇੰਗਰੀਡੀਐਂਟ ਐਡ ਨਹੀਂ ਕੀਤਾ ਹੋਇਆ। ਇਹ ਜਨਰਲ ਨੂੰ ਦੱਸਿਆ ਹੋਇਆ ਕਿ ਵੈਨਿਸ਼ਿੰਗ ਕਰੀਮ ਹੁੰਦੀ ਆ, ਹਰਬਲ ਜਿਹੜੀ ਫੂਡ ਕਰੀਮਸ ਹੁੰਦੀਆਂ ਆ। ਵੈਨਿਸ਼ਿੰਗ ਕਰੀਮ ਜਿਹੜੀ ਉਹਦੀ ਨੂੰ ਫਾਊਂਡੇਸ਼ਨ ਕਰੀਮ ਵੀ ਕਹਿੰਦੇ ਆ, ਬਿਕੋਜ਼ ਦੇ ਡਿਸਅਪੀਅਰ ਵੈਨ ਰਬਡ ਇਨਟੂ ਸਕਿਨ। ਬਿਲਕੁਲ ਸਕਿਨ ਨਾਰਮਲ ਹੋ ਜਾਂਦੀ ਹੈ ਜਿੱਦਾਂ ਹੀ ਅਸੀਂ ਨੂੰ ਰਬ ਕਰਦੇ ਆ ਸਕਿਨ ਦੇ ਉੱਤੇ, ਉਹ ਸਕਿਨ ਦੇ ਅੰਦਰ ਐਂਟਰ ਕਰ ਲੈਂਦੀ ਹੈ। ਕਲੀਨਜ਼ਿੰਗ ਕਰੀਮ ਕੀ ਹੁੰਦੀ ਹੈ? ਬੇਸਿਕਲੀ ਵਾਟਰ ਇਨ ਆਇਲ ਇਮਲਸ਼ਨ ਦੇ ਵਿੱਚ ਸਾਡੇ ਕੋਲ ਵਾਟਰ ਪ੍ਰੈਜ਼ੈਂਟ ਹੁੰਦਾ ਹੈ that melts at temperature of body and spreads readily over the skin, ਠੀਕ ਹੈ। ਬੋਡੀ ਟੈਂਪਰੇਚਰ ਤੇ ਜਾ ਕੇ ਮੈਲਟ ਕਰ ਜਾਂਦੀ ਹੈ, ਇਸ ਕਰਕੇ ਜਦੋਂ ਅਸੀਂ ਕਲੀਨਜ਼ਿੰਗ ਕਰੀਮ ਲਗਾਉਂਦੇ ਤਾਂ ਸਾਡੀ ਸਕਿਨ ਤੇ ਬਹੁਤ ਜ਼ਿਆਦਾ ਪਾਣੀ ਜਾਂ ਮਤਲਬ ਹੋ ਜਾਂਦਾ ਹੈ। ਫਿਰ ਆਗੇ ਸਾਡੇ ਕੋਲ ਹਰਬਲ ਲੋਸ਼ਨ ਜਾਂ ਬਲੀਚਿੰਗ ਲੋਸ਼ਨ ਕਹਿੰਦੇ ਆ। ਬੇਸਿਕਲੀ ਦੇ ਆਰ ਕਾਈਂਡ ਆਫ ਮਾਸਕ, ਠੀਕ ਹੈ, ਜਿਹੜਾ ਕਿ ਇੱਕ ਮਾਸਕ ਮਤਲਬ ਕਿ ਇੱਕ ਸਾਡੇ ਲੇਅਰ ਪ੍ਰੋਵਾਈਡ ਕਰਦੇ ਪਏ ਆ ਰਾਦਰ ਦੈਨ ਲਾਈਟਨਿੰਗ ਦ ਕਲਰ ਆਫ ਦਾ ਸਕਿਨ ਨੂੰ ਕਲਰ ਨਹੀਂ, ਮਤਲਬ ਕਿ ਇਹ ਨਹੀਂ ਆਪਾਂ ਕਹਿੰਦੇ ਪਏ ਕਿ ਸਕਿਨ ਦਾ ਕਲਰ ਚੇਂਜ ਹੁੰਦਾ ਪਿਆ। ਬੇਸਿਕਲੀ ਜਦੋਂ ਅਸੀਂ ਇਹਨੂੰ ਅਪਲਾਈ ਕਰਦੇ ਆ ਉਸ ਟਾਈਮ ਤੇ ਸਾਨੂੰ ਲੱਗਦਾ ਕਿ ਸਾਡਾ ਸਕਿਨ ਦਾ ਕਲਰ ਚੇਂਜ ਹੋ ਗਿਆ। ਸੋ ਹੁੰਦਾ ਕੀ ਪਿਆ ਆ ਕਿ ਇੱਕ ਲੇਅਰ ਬਣਾ ਲੈਂਦੇ ਆ, ਠੀਕ ਹੈ। ਸੋ ਥੀਸ ਆਰ ਹਰਬਲ ਲੋਸ਼ਨ। ਫੇਸ ਲੋਸ਼ਨ ਉਹਨੇ ਐਗਜ਼ਾਮਪਲ ਵੀ ਦਿੱਤੀ ਹੈ, ਫੇਸ ਮॉइस्चराइजिंग ਲੋਸ਼ਨ ਜਿੱਦਾਂ ਹਿਮਾਲਿਆ ਦਾ ਹੈਗਾ ਆ, ਠੀਕ ਹੈ। ਸੋ ਇਸ ਪ੍ਰੋਡਕਟ ਦੇ ਵਿੱਚ ਕਿਉਂਕਿ ਹਿਮਾਲਿਆ ਹਰਬਲ ਪ੍ਰੋਡਕਟ ਹੈਗਾ ਆ ਤਾਂ ਇਹਦੇ ਹਰਬਲ ਇੰਗਰੀਡੀਐਂਟਸ ਜਿਹੜੇ ਹੋਣਗੇ, ਸੋ ਐਗਜ਼ਾਮਪਲ ਤੁਸੀਂ ਹਿਮਾਲਿਆ ਹਰਬਲ ਪ੍ਰੋਡਕਟ ਵੀ ਦੇ ਸਕਦੇ ਹੋ, ਠੀਕ ਹੈ। ਇਹ ਵੀ ਤੁਸੀਂ ਸਰਚ ਕਰ ਲਿਓ, ਵੈਸੇ ਮੈਂ ਤੁਹਾਨੂੰ ਹੋਰ ਪੀਡੀਐਫ ਪਾਣੀ ਉਹਦੇ ਵਿੱਚ ਹਰਬਲ ਲੋਸ਼ਨ ਦੀ ਡਿਟੇਲ ਐਗਜ਼ਾਮਪਲ ਦਿੱਤੀਆਂ। ਇਸ ਕਰਕੇ ਇਹਨਾਂ ਨੂੰ ਵਾਈਟਨਿੰਗ ਕਰੀਮ ਕਹਿੰਦੇ, ਕਿਉਂਕਿ ਉਹ ਜਿਹੜੀ ਲੇਅਰ ਹੈਗੀ ਆ ਉਹ ਸਕਿਨ ਨੂੰ ਵਾਈਟ ਕਰਦੀ। ਹਰਬ ਫॉर द ਸਕਿਨ ਦੇ ਲਈ ਕਿਹੜੇ ਹਰਬਸ ਯੂਜ਼ ਕੀਤੇ ਜਾਂਦੇ ਆ, ਇਹਨਾਂ ਦੇ ਲੈਟਿਨ ਨੇਮ ਦਿੱਤੇ ਹੋਏ ਆ, ਕਾਮਨ ਨੇਮ ਦਿੱਤੇ ਆ, ਕਿਹੜਾ ਪਾਰਟ ਯੂਜ਼ ਕਰਨਾ ਹੈ, ਠੀਕ ਹੈ, ਔਰ ਕੀ ਯੂਜ਼ ਹੈਗਾ ਉਹਦਾ, ਠੀਕ ਹੈ। ਕਿਹਦੇ ਵਿੱਚ ਜਿੱਦਾਂ ਕਿ ਇਹਨੂੰ ਐਜ਼ ਅ ਐਰੋਮੈਟਿਕ ਯੂਜ਼ ਕਰ ਲੈਂਦੇ, ਕਿਹੜਾ ਆ ਐਕੂਰਸ ਕੈਲਾਮਸ, ਠੀਕ ਹੈ। ਇਹਨੂੰ ਸਵੀਟ ਫਲੈਗ ਕਿਹਾ ਜਾਂਦਾ ਆ, ਠੀਕ ਹੈ। ਐਲਾਈਬਮ ਸਡਾਈਬਮ ਗਾਰਲਿਕ ਕਿਹਾ ਜਾਂਦਾ, ਐਲੋਵੇਰਾ, ਠੀਕ ਹੈ, ਅਲਪੀਨੀਆ ਗਲੈਂਗਾ, ਠੀਕ ਹੈ, ਅਵੇਨੀਆ ਸਟੀਵਾ। ਸੋ ਥੀਸ ਆਰ ਆਲ ਦ ਲੈਟਿਨ ਨੇਮ ਆਫ ਦ ਹਰਬਸ ਵਿਚ ਆਰ ਯੂਜ਼ਡ ਫॉर द ਸਕਿਨ, ਠੀਕ ਹੈ। ਉਹਦੇ ਕਾਮਨ ਨੇਮ ਵੀ ਨਾਲ ਦੇਤੇ ਆ, ਕਿਹੜਾ ਪਾਰਟ ਯੂਜ਼ ਕਰਨਾ। ਸੋ ਇਹਦੀ ਯੂਜ਼ਸ ਕਿੱਦਾਂ ਹੁੰਦੇ ਆ, ਅਸੀਂ ਐਰੋਮਾ ਦੇ ਲਈ ਵੀ ਯੂਜ਼ ਕਰ ਸਕਦੇ ਆ, ਡਸਟਿੰਗ ਪਾਊਡਰ ਦੀ ਫਾਰਮ ਦੇ ਵਿੱਚ ਵੀ ਯੂਜ਼ ਕਰ ਸਕਦੇ ਆ, ਸਕਿਨ ਲੋਸ਼ਨ ਦੇ ਵਿੱਚ ਵੀ ਯੂਜ਼ ਕਰ ਸਕਦੇ ਆ। ਫਿਰ ਸਾਡੇ ਕੋਲ ਗਾਰਲਿਕ ਬੇਸਿਕਲੀ ਸਕਿਨ ਹੀਲਿੰਗ ਦੇ ਲਈ ਔਰ ਐਂਟੀਬੈਕਟੀਰੀਅਲ ਦਾ ਕੰਮ ਕਰਦੀ ਹੈ, ਠੀਕ ਹੈ। ਫਿਰ ਸਾਡੇ ਕੋਲ ਐਲੋਵੇਰਾ ਹੋ ਗਿਆ, ਮॉइस्चराइजर ਦਾ ਵੀ ਕੰਮ ਕਰਦਾ, ਸਨਸਕ੍ਰੀਨ ਦਾ ਵੀ ਕੰਮ ਕਰਦਾ, ਐਮੋਲੀਅਨ ਦਾ ਵੀ ਕੰਮ ਕਰਦਾ, ਠੀਕ ਹੈ। ਦੈਨ ਗਲੈਂਗਾ ਹੋ ਗਿਆ ਐਰੋਮੈਟਿਕ ਡਸਟਿੰਗ ਪਾਊਡਰ। ਸੋ ਇਸ ਤਰੀਕੇ ਨਾਲ all are its example and uses. Then other types of herbal hair care products. Now we are going to discuss about hair care products. So hair oil ਕਿਹੜੇ ਹੁੰਦੇ? The hair oil used for dressing and nourishing the hair and raise to appearance of the hairs. So basically है कि hair oil ਆਪਾਂ dressing ਕਰਦੇ ਹਾਂ, basically apply ਕਰਦੇ ਪਏ ਹਾਂ ਜਿਸ time ਤੇ hair ਨੂੰ nourishment ਮਿਲਦੀ ਹੈ ਔਰ ਉਹਨਾਂ ਦੀ appearance ਜਿਹੜੀ ਹੈਗੀ ਉਹ improve ਹੁੰਦੀ ਹੈ, grace ਜਿਹੜੀ ਹੈਗੀ ਉਹ ਵੱਧ ਜਾਂਦੀ ਹੈ। These preparation is generally used to increase the growth of hair, ਠੀਕ ਹੈ। hairs ਦੀ growth ਵੀ increase ਹੁੰਦੀ ਹੈ ਪਲੱਸ ਉਹ healthy ਵੀ ਹੁੰਦੇ ਆ। properties ਕੀ ਹੁੰਦੀਆਂ hair oil ਦੀਆਂ? ਸਭ ਤੋਂ ਪਹਿਲਾਂ ਕੀ ਹੈਗਾ, luster ਚਮਕ ਪ੍ਰੋਵਾਈਡ ਕਰਦਾ ਆ, soft ਰਹਿੰਦੇ ਆ, fluid ਰਹਿੰਦੇ ਆ ਵਾਲ, ਠੀਕ ਹੈ। invigorate their growth, invigorate ਮਤਲਬ ਕਿ growth ਨੂੰ enhance ਕਰਦਾ ਪਿਆ ਆ, ਦਿਮਾਗ ਨੂੰ ਠੰਡਾ ਰੱਖਦਾ ਆ and should not be sticky, ਠੀਕ ਹੈ। ਸੋ sticky ਵੀ ਨਹੀਂ, ਇਹਦਾ ਚਿਪ ਵੀ ਨਹੀਂ ਹੋਣੀ ਚਾਹੀਦੀ। Hair lotion ਕਿਹੜੇ ਹੁੰਦੇ ਆ? It has a stimulating effect upon the hair follicle. They are generally perfumed with oil or rosemary and other essence as it possesses a good stimulating property. Stimulate करना like कि सानू कोई pinch करता है, ठीक है, that is stimulation. So hair lotion ਆਪਾਂ ਕਰਦੇ apply ਕਰਦੇ ਜਿਹੜੇ ਕਿ hair follicles से ਜਿਹਦਾ ਸਾਡੀ ਜਿਹੜੀ ਆ ਕੀ ਕਹਿੰਦੇ ਹੁੰਦੇ ਆ ਜਿਹੜਾ white portion ਹੁੰਦਾ heads ਦਾ, this is basically scalp ਦੇ ਜਿੱਦਾਂ ਨਾ ਇੱਥੇ hair follicle ਬਿਲਕੁਲ ਜੜ੍ਹਾਂ ਤੇ scalp ਤੇ ਜਿਹੜੇ ਸਾਡੇ hair attach ਹੁੰਦੇ ਆ ਜਿੱਥੋਂ basically growth ਹੁੰਦੀ ਆ, ਜਦੋਂ ਅਸੀਂ hair lotion apply ਕਰਦੇ ਆ ਤਾਂ basically perfumed ਹੁੰਦਾ ਆ। perfumed ਮਤਲਬ ਕਿ ਉਹਦੇ ਵਿੱਚ ਆਪਾਂ ਕੋਈ ਚੀਜ਼ ਐਡ ਕਰਦੇ ਪਏ, ਸੋ ਉਹਦੇ ਨਾਲ ਕੀ ਹੋਏਗਾ, ਉਹ ਜਗਣਗੇ, ਆਪਾਂ ਨੂੰ ਜਗਾਉਂਦੇ ਪਏ, ਸਟਿਮੂਲੇਟ ਕਰਦੇ ਪਏ ਆ ਕਿ ਉਹ ਸਾਨੂੰ growth ਦੀ ਜ਼ਰੂਰਤ ਹੈ। ਸੋ ਇੱਕ stimulating effect ਜਿਹੜਾ ਹੈਗਾ hair lotion provide ਕਰਦਾ ਹੈ। Hair colorants
ਕਲਰਿੰਗ ਦੇ ਲਈ ਹੇਅਰ ਦੇ ਲਈ, ਠੀਕ ਹੈ। ਅਟਰੈਕਟਿਵਨੈਸ ਵਧਾਉਂਦੇ ਆ ਗ੍ਰੇ ਹੇਅਰਸ ਦੀ, ਠੀਕ ਹੈ। ਔਰ ਇਹਨਾਂ ਨੂੰ ਜਨਰਲੀ ਬ੍ਰਸ਼ ਦੇ ਨਾਲ ਅਪਲਾਈ ਕੀਤਾ ਜਾਂਦਾ ਔਰ ਐਕਸਟਰਨਲੀ ਹੀ ਅਪਲਾਈ ਕੀਤਾ ਜਾਂਦਾ ਹੈ। ਸ਼ੈਂਪੂ ਅਗੇਨ ਯੂਜ਼ ਕੀਤਾ ਜਾਂਦਾ ਹੇਅਰਸ ਨੂੰ ਆਪਾਂ ਇਹਨੂੰ ਵਾਸ਼ ਕਰਨ ਦੇ ਲਈ, ਵਾਸ਼ਿੰਗ ਦੇ ਲਈ ਕਹਿ ਸਕਦੇ ਹਾਂ ਕਿ, ਔਰ ਜੋ ਵੀ ਅਸੀਂ ਪੜਿਆ ਉਹਦੀ ਬਿਊਟੀਨੈਸ ਦੇ ਲਈ, ਲਸਟਰ ਐਡ ਕਰਨ ਦੇ ਲਈ, ਠੀਕ ਹੈ। ਪ੍ਰੈਪਰੇਸ਼ਨ ਹੁੰਦੀ ਸਰਫੈਕਟੈਂਟ ਦੀ, ਇੱਕ ਸਾਡੇ ਕੋਲ ਲਿਕੁਇਡ ਇਹ ਸੁਟੇਬਲ ਹੁੰਦਾ ਲਿਕੁਇਡ ਫਾਰਮ ਦੇ ਵਿੱਚ ਜਾਂ ਫਿਰ ਸੋਲਿਡ ਫਾਰਮ ਦੇ ਵਿੱਚ, ਪਾਊਡਰ ਫਾਰਮ ਦੇ ਵਿੱਚ, which when used under the conditions specified to remove surface grease, ਗ੍ਰੀਸ ਜਿਹੜੀ ਚਿਪ ਹੋ ਜਾਂਦੀ ਵਾਲਾਂ ਦੇ ਵਿੱਚ, ਮਿੱਟੀ ਹੁੰਦੀ ਹੈ, ਸਕਿਨ ਡੈਬਰੀਜ਼ ਜੋ ਸਾਡੇ ਸਿਰ ਦੇ ਹੀ ਜੋ ਡੈਬਰੀਜ਼ ਹੋ ਜਾਂਦੀ ਹੈ, ਰਿਮੇਨਿੰਗ ਲੈਫਟ ਓਵਰ ਬਚ ਜਾਂਦਾ, ਹੇਅਰ ਸ਼ਾਫਟ, ਸਕਾਲਪ ਦਾ ਜੋ ਹਿੱਸਾ ਹੁੰਦਾ ਬਿਨਾਂ ਕੋਈ ਨੁਕਸਾਨ ਪਹੁੰਚਾਏ ਕਿਨੂੰ, ਵਾਲਾਂ ਨੂੰ, ਸਕਾਲਪ ਨੂੰ ਔਰ ਯੂਜ਼ਰ ਦੀ ਹੈਲਥ। ਸੋ ਬੇਸਿਕਲੀ ਸਿਰਫ ਵਾਸ਼ਿੰਗ ਦੇ ਵਿੱਚ ਕੀ ਆ ਗਿਆ, ਗ੍ਰੀਸ ਨੂੰ ਰਿਮੂਵ ਕਰਨਾ, ਡਰਟ ਨੂੰ ਰਿਮੂਵ ਕਰਨਾ, ਸਕਿਨ ਡੈਬਰੀਜ਼ ਨੂੰ ਰਿਮੂਵ ਕਰਨਾ, ਹੇਅਰ ਸ਼ਾਫਟ ਤੋਂ, ਸਕਾਲਪ ਤੋਂ, ਔਰ ਜਿਹਨੇ ਯੂਜ਼ ਕੀਤਾ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ, ਵਾਲਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਸਕਾਲਪ ਨੂੰ ਕੋਈ ਨੁਕਸਾਨ ਨਾ ਪਹੁੰਚੇ। ਦਿਸ ਬਿਕਮ ਦ ਡੈਫੀਨੇਸ਼ਨ ਆਫ ਸ਼ੈਂਪੂ। ਕੁਆਲਿਟੀਜ਼ ਆਫ ਐਨ ਆਈਡੀਅਲ ਹੇਅਰ ਪ੍ਰੋਡਕਟ। ਸਭ ਤੋਂ ਪਹਿਲਾਂ ਹੇਅਰ ਕਿਊਟੀਕਲਸ ਨੂੰ ਪ੍ਰੋਟੈਕਟ ਕਰਦੇ ਆ, ਠੀਕ ਹੈ। ਜੋ ਸਾਡੀ ਜੜ੍ਹਾਂ ਹੁੰਦੀਆਂ ਉਹਨਾਂ ਨੂੰ ਪ੍ਰੋਟੈਕਸ਼ਨ ਮਿਲਦੀ ਹੈ ਹੇਅਰ ਪ੍ਰੋਡਕਟ ਦੇ ਨਾਲ। ਕਲੀਨ ਕਰਦੇ ਆ ਵਿਦਆਊਟ ਸਟ੍ਰਿਪਿੰਗ ਨੈਚੁਰਲਾਈਜ਼, ਜੋ ਸਾਡੀ ਵਾਲਾਂ ਦੇ ਵਿੱਚ ਨੈਚੁਰਲੀ ਆਇਲ ਪ੍ਰੈਜ਼ੈਂਟ ਹੈਗਾ ਉਹਨੂੰ ਰਿਮੂਵ ਨਹੀਂ ਕਰਦੇ ਪਏ ਬਟ ਕਲੀਨਿੰਗ ਪ੍ਰੋਵਾਈਡ ਕਰਦੇ ਪਏ ਆ, ਠੀਕ ਹੈ। ਰਿਪਲੇਸ ਲੌਸਟ ਪ੍ਰੋਟੀਨ, ਮੋਇਸਚਰ ਐਂਡ ਨਿਊਟ੍ਰੀਐਂਟ, ਜੋ ਮੋਇਸਚਰ ਜਾ ਚੁੱਕਿਆ ਹੈ, ਪ੍ਰੋਟੀਨ ਖਤਮ ਹੋ ਚੁੱਕਿਆ ਹੈ, ਉਹਨੂੰ ਵੀ ਰੀਗੇਨ ਕਰਵਾਉਂਦੇ ਆ, ਠੀਕ ਹੈ। ਕੰਡੀਸ਼ਨ ਵਿਦਆਊਟ ਵੇਇੰਗ ਡਾਊਨ ਦ ਹੇਅਰ, ਠੀਕ ਹੈ। ਸਭ ਕੁਝ ਰਿਮੂਵ ਹੋ ਰਿਹਾ ਲੇਕਿਨ ਬਾਹਰ ਸਾਡੀ ਜਿਹੜੀ ਸਟਰੈਂਥ ਹੈਗੀ ਉਹ same ਹੈਗੀ ਆ, even without porosity and prevent moisture loss. Smooth abraded cuticle scales, ठीक है। Smooth abraded मतलब ਜਿਹੜੇ ਧੋ ਕੇ ਵਾਲ ਹੋ ਜਾਂਦੇ smooth ਕਰਦੀ ਆ, ਠੀਕ ਹੈ। Prevent intense drying from the environment, ठीक है। Environment ਦੇ ਨਾਲ ਜੋ ਵੀ drying ਹੋ ਰਹੀ ਹੈ ਉਸ ਤੋਂ ਬਚਾਉਂਦੀ, ਠੀਕ ਹੈ। ਸੋ ਉਹ ਹੁੰਦੇ ਆ ideal hair product। ਹਬਸ ਕਿਹੜੇ ਕਿਹੜੇ ਹੋ ਗਏ ਅਗੇਨ, ਐਲੋਵੇਰਾ ਆ ਗਿਆ, ਕੋਕੋਮੋਮੇਰੀ ਆ ਗਿਆ, ਬ੍ਰਾਹਮੀ ਜਿਹਨੂੰ ਕਹਿੰਦੇ ਆ, ਐਕਟਿਟਮ ਲੈਪਾ, ਸੈਡਰਸ ਡਿਸੈਂਸ਼ੀਅਲ ਆਇਲ ਸਟਾਰਾ, ਸੈਂਟੇਲਾ ਐਸੀਏਟਿਕਾ, ਸਿਟਰਸ ਐਰਟਮ। ਹੁਣ ਇਹਦੇ ਵਿੱਚੋਂ ਦੇਖੋ ਕੁਝ ਹਰਬਸ ਸਕਿਨ ਦੇ ਲਈ ਵੀ ਯੂਜ਼ ਹੁੰਦੇ, ਕੁਝ ਹਰਬਸ ਹੇਅਰ ਦੇ ਲਈ। ਸੋ ਜਦੋਂ ਤੁਸੀਂ ਸਕਿਨ ਬਾਰੇ ਲਿਖਣਾ ਆ, ਸਕਿਨ ਦੇ ਅਕੋਰਡਿੰਗਲੀ ਕਿਸ ਚੀਜ਼ ਦੀ ਰਿਕੁਆਇਰਮੈਂਟ ਆ, ਹੇਅਰ ਬਾਰੇ ਲਿਖਣਾ ਆ, ਹੇਅਰ ਦੇ ਅਕੋਰਡਿੰਗਲੀ ਆਪਾਂ ਉਹਦੀ, ਠੀਕ ਹੈ। 4-5 ਵੀ ਯਾਦ ਕਰ ਲਓਗੇ। फिर आ गया डेंटिफायर्स। डेंटिफायर्स ओरल केयर के लिए यूज करते हैं, ठीक है। डेंटिफायर्स केड़े होंदे, प्रिपरेशन intended for use with a toothbrush for the purpose of cleaning the accessible surface of teeth, ठीक है। टीथ सरफेस ਨੂੰ ਕਲੀਨ ਕਰਨ ਦੇ ਲਈ ਆਪਾਂ ਡੈਂਟੀਫਾਇਰਸ ਯੂਜ਼ ਕਰਦੇ ਆ, ਠੀਕ ਹੈ। ਟੂਥਬ੍ਰਸ਼ ਦੀ ਹੈਲਪ ਦੇ ਨਾਲ ਕਲੀਨਿੰਗ ਕੀਤੀ ਜਾਂਦੀ ਹੈ। ਦੇ ਹੈਵ ਬੀਨ ਪ੍ਰੀਪੇਅਰਡ ਇਨ ਪੇਸਟੀ ਫਾਰਮ ਦੇ ਵਿੱਚ, ਪਾਊਡਰ ਦੀ ਫਾਰਮ ਦੇ ਵਿੱਚ, ਜਾਂ ਫਿਰ ਕਿਤੇ ਥੋੜਾ ਬਹੁਤ ਲਿਕੁਇਡ ਦੀ ਫਾਰਮ ਦੇ ਵਿੱਚ, ਜਾਂ ਕੋਈ ਪ੍ਰੋਪਰ ਬਲੌਕ ਦੀ ਫਾਰਮ ਦੇ ਵਿੱਚ ਆਪਾਂ ਡੈਂਟੀਫਾਇਰ ਕਰ ਸਕਦੇ ਹਾਂ। ਫਾਰਮੂਲਾ ਉਹਦਾ ਦੇਤਾ ਉਹਨੇ ਕਿ ਕੀ ਇਹਦੇ ਵਿੱਚ ਸੋਪ ਪਾਊਡਰ ਹੁੰਦਾ, ਸੈਕਟਿਨ ਹੁੰਦਾ, ਐਮਰੈਂਥ ਹੁੰਦਾ ਆ, ਬਹੁਤ ਸਾਰੇ ਆਇਲਸ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਫਿਰ ਡੈਂਟੀਫਾਇਰ ਦਾ ਅਨਦਰ ਫਾਰਮੂਲਾ ਉਹਨੇ ਦੇਤਾ। ਕਰੈਕਟਰਿਸਟਿਕਸ ਕੀ ਹੁੰਦੇ ਆ, ਸਭ ਤੋਂ ਪਹਿਲਾਂ ਟੂਥ ਦਿਕੇ, ਟੂਥ ਤੇ ਕੀੜਾ ਲੱਗਣ ਤੋਂ ਬਚਾਉਂਦਾ ਆ। ਗੈਨਗੇਵ, ਠੀਕ ਹੈ। ਮੇਨਟੇਨਿੰਗ ਦਾ ਗੈਨਗੇਵ ਮਤਲਬ ਜੋ ਸਾਡੇ ਸੂੜੇ ਹੁੰਦੇ ਆ ਉਹਨੂੰ ਦੰਦਾਂ ਨੂੰ ਪਕੜ ਕੇ ਰੱਖਣਾ। Then reduces the intensity of mouth odor, जो smell ना आवे। Good dental health increases the possibility of good general health। अगर साडी dental health सही है, general health भी सही रहती है, cleaning भी जड़ी होती है, which leading secondary result of cleaning teeth। So basically एक अगर ਆਪਾਂ confidently बोल, सब तो पहला उठ के ਆਪਾਂ ਸਾਡੀ की कोशिश होती है कि ब्रश करिए, उस तो इलावा सानू बोलना भी ਜਿਹੜਾ ਹੈਗਾ कि कंफर्टेबल नहीं फील करते। सो उन्हें क्या किया कि टीथ ਨੂੰ ਕਲੀਨ ਰੱਖਣਾ ਕਿਤੇ ਨਾ ਕਿਤੇ ਇੱਕ ਸੈਕੰਡਰੀ ਰੋਲ ਪਲੇ ਕਰਦਾ ਪਿਆ ਕਿ ਅਸੀਂ ਇਨਡਾਇਰੈਕਟਲੀ ਆਪਣੀ ਹੈਲਥ ਨੂੰ ਸਹੀ ਕਰਦੇ ਪਏ, ਆਪਣੀ ਜਨਰਲ ਹੈਲਥ ਨੂੰ ਕਰੈਕਟ ਕਰਨ ਦੇ ਲਈ ਸਾਨੂੰ ਟੀਥ ਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਜਿਹੜੇ ਇਹਦੇ ਵਿੱਚ ਉਹਨੇ ਸਿਰਫ ਡੈਂਟੀਫਰਾਈਜ਼ਸ ਦੀ ਗੱਲ ਕੀਤੀ ਹੈ, ਹਰਬਲ ਜਿਹੜੇ ਵੀ ਅਸੀਂ ਯੂਜ਼ ਕਰਦੇ ਪਏ ਆ। ਤੁਸੀਂ ਇਸ ਤੋਂ ਇਲਾਵਾ ਇਹਦੇ ਵਿੱਚ ਕੁਝ ਜਿਹੜਾ ਪੇਸਟ ਬਾਰੇ ਗੱਲ ਕਰ ਸਕਦੇ ਹੋ, ਜਾਂ ਕੋਈ ਹਰਬਲ ਪੇਸਟ ਹੈਗੀ ਆ, ਤੁਹਾਨੂੰ ਪਤਾ ਆ ਕੋਈ ਵੀ ਪੇਸਟ ਆਪਾਂ ਯੂਜ਼ ਕਰਦੇ ਆ, ਠੀਕ ਹੈ। ਦੰਤ ਮੰਜਨ ਟਾਈਪ ਕੁਝ ਹੈਗੀਆਂ, ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਕੋਈ ਐਗਜ਼ਾਮਪਲ ਤੁਹਾਨੂੰ ਜਨਰਲ ਹੈਗੀ ਆ ਕਿ ਐਜ਼ ਇਹਨੂੰ ਅਸੀਂ ਓਰਲ ਕੇਅਰ ਦੇ ਵਿੱਚ, ਜਿੱਦਾਂ ਕਿ ਲੌਂਗ ਹੁੰਦਾ ਆ, ਲੌਂਗ ਆਪਾਂ ਉਹ ਵੀ ਜਿਹੜਾ ਡੈਂਟਲ ਕੇਅਰ, ਓਰਲ ਕੇਅਰ ਦੇ ਲਈ ਯੂਜ਼ ਕਰ ਸਕਦੇ ਆ। You can include all those examples.
ਨੇਲ ਕੇਅਰ ਦੇ ਲਈ ਵੈਸੇ ਨੇਲ ਕੇਅਰ ਤੁਹਾਡੇ ਸਿਲੇਬਸ ਹੈ ਨਹੀਂਗਾ, ਬਟ ਚਲੋ ਆਪਾਂ ਥੋੜਾ ਜਿਹਾ ਦੇਖ ਲੈਂਦੇ ਹਾਂ। ਨੇਲ ਕੇਅਰ ਦੇ ਲਈ ਬੇਸਿਕਲੀ ਹੁੰਦਾ ਫੰਗਲ ਇਨਫੈਕਸ਼ਨਸ ਆਫ ਨੇਲਸ ਆਰ ਵੈਰੀ ਕਾਮਨ ਐਂਡ ਡਿਫਿਕਲਟ ਟੂ ਕਿਉਰ। ਫੰਗਲ ਇਨਫੈਕਸ਼ਨ ਹੋ ਜਾਂਦੀ ਨੇਲ ਦੇ ਵਿੱਚ, ਠੀਕ ਹੈ। ਨੇਲਸ ਜਿਹੜੇ ਹੁੰਦੇ ਬੋਡੀ ਦਾ ਹਾਰਡੈਸਟ ਤੇ ਸਟਰੋਂਗੈਸਟ ਟਿਸ਼ੂ ਜਿਹੜਾ ਹੈਗਾ ਆਪਾਂ ਉਹਨੂੰ ਕੰਸੀਡਰ ਕਰਦੇ ਹਾਂ। ਦ ਕਨਵੈਨਸ਼ਨਲ ਟ੍ਰੀਟਮੈਂਟ ਆਫ ਨੇਲ ਫੰਗਲ ਇਨਫੈਕਸ਼ਨ ਇਜ਼ ਐਕਸਪੈਂਸਿਵ ਐਂਡ ਲੌਂਗ ਟਰਮ। ਜਿਹੜਾ ਕਨਵੈਨਸ਼ਨਲ ਟ੍ਰੀਟਮੈਂਟ ਹੁੰਦਾ ਅਗਰ ਕੋਈ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਬਹੁਤ ਮਹਿੰਗਾ ਪੈਂਦਾ ਔਰ ਬਹੁਤ ਲੰਬੇ ਸਮੇਂ ਤੱਕ ਸਾਨੂੰ ਕਰਨਾ ਪੈਂਦਾ ਹੈ। People prefer herbal and natural way to treat so that side effects can be minimized. Following herbs are used for curing nail infection. ये सारे उन्होंने herbs देते हैं जो कि nail infection के लिए use करते हैं, ठीक है, क्योंकि इन्हां दी penetration power बहुत ज़्यादा होती है और ਜਿਹੜੀ fungus ਹੁੰਦੀ ਹੈ ਉਹਨੂੰ डिस्ट्रक्ट खत्म कर देते हैं nail की fungus, ठीक है, from the ਜਿਹਨੇ ਕਿ nail ਦੇ root ਨੂੰ infect ਕੀਤਾ। so it generally ਹੁੰਦਾ ਕਿ penetrate ਕਰਕੇ root ਤੱਕ ਚਲੇ ਜਾਂਦੇ ਆ और उतों जी हैगी फंगस नो रिमूव करते हैं। नेल पॉलिश, ठीक है, नेल पॉलिश और enamel in order to be successful must contain a film former whose characteristic are ease of brushing application, brush ਦੇ ਨਾਲ apply ਕਰਦੇ हैं, fast drying ਹੁੰਦੀ है, hard बन ਜਾਂਦਾ है and whose formulation should enhance adhesion to the nail। ਜਿਹੜੀ formulation हैगी वो चिपक ਜਾਂਦੀ है nails ਦੇ ਉੱਤੇ without losing its resistance to chipping and abrasion, ठीक है। सो बिना किते चिप चिप किते होए कि किते होर जाके लग गई या ब्रेक कर गई एकदम वो डायरेक्टली चिपक जाती है और ਉਹਦੇ ਵਿੱਚ रेजिस्टेंस रहती है लंबे टाइम ਦੇ ਲਈ। ਉਹਦੇ ਵਿੱਚੋਂ ਨਾ ਤਾਂ ਕੁਝ ਰਿਮੂਵ ਹੁੰਦਾ ਨਾ ਹੀ ਪੋਰਸ਼ਨ ਬ੍ਰੇਕ ਹੁੰਦਾ। ਦੈਨ ਹਰਬਲ ਆਈ ਸ਼ੈਡੋ, ਇਹ ਵੀ ਅਗੇਨ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ, ਤੁਹਾਡੇ ਸਿਲੇਬਸ 'ਚ ਤਿੰਨ ਆ, ਸਕਿਨ ਕੇਅਰ, ਓਰਲ ਕੇਅਰ ਐਂਡ ਹੇਅਰ ਕੇਅਰ, ਠੀਕ ਹੈ। ਸੋ ਇਹਦੇ ਬਾਰੇ ਵੀ ਅਗਰ ਤੁਸੀਂ ਦੇਖਣਾ ਹੋਇਆ ਦੇਖ ਲਿਓ। ਆਈ ਸ਼ੈਡੋ ਵਗੈਰਾ ਕਈ ਫਾਰਮ ਦੇ ਵਿੱਚ ਹੁੰਦਾ ਆ, ਇੱਥੋਂ ਦੇਖ ਲੈਂਦੇ ਆਪਾਂ। स्टोरेज ऑफ हर्ब्स, हर्ब्स शुड बी स्टोर्ड इन कूल एंड ड्राई प्लेस। मॉइस्चर कैन डैमेज द हर्ब्स, इस करके इन्हों ड्राई प्लेस च रखना चाहिए क्योंकि मॉइस्चर करके नुकसान हो सकता है और ਉਹਦੇ ਨਾਲ ਕੀ ਹੁੰਦਾ ਹੈ ਕਿ ਮॉइस्चर ਕੀ ਕਰਦਾ ਪਿਆ ਬੈਕਟੀਰੀਅਲ ਤੇ ਫੰਗਲ ਗਰੋਥ ਨੂੰ ਵੀ ਪ੍ਰਮੋਟ ਕਰਦਾ ਹੈ। ਉਸ ਤੋਂ ਇਲਾਵਾ ਜਿਹੜੇ ਡਰਾਈਡ ਹਰਬਸ ਹੁੰਦੇ ਆ ਉਹਨਾਂ ਨੂੰ 에ਅਰ ਟਾਈਟ ਕੰਟੇਨਰ 'ਚ ਰੱਖਣਾ ਚਾਹੀਦਾ ਹੈ ਔਰ ਸਨਲਾਈਟ ਦੇ ਕੰਟੈਕਟ ਦੇ ਵਿੱਚ ਨਹੀਂ ਆਣੇ ਚਾਹੀਦੇ। ਸੋ ਥੀਸ ਆਰ ਸਿਲੈਕਟਡ ਹਰਬਲ ਇੰਗਰੀਡੀਐਂਟ। ਹੁਣ ਇਹਦੇ ਵਿੱਚੋਂ ਕੁਝ ਸੋਰਸਸ ਕਿਹੜੇ ਹੈਗੇ ਆ ਭਰਪੂਰ ਐਕਸ਼ਨ, ਜਿੱਦਾਂ ਸਕਿਨ ਸੂਦਿੰਗ, ਸੌਫਟਨ ਸਕਿਨ, ਸੋ ਬੇਸਿਕਲੀ ਸਕਿਨ ਕੇਅਰ ਦੇ ਲਈ ਹੋ ਗਿਆ। ਸੋ ਉਸੇ ਤਰੀਕੇ ਨਾਲ ਜਿੱਦਾਂ ਦਾ ਵੀ ਉਹਦਾ ਯੂਜ਼ ਹੈਗਾ ਉਹਦੇ ਅਕੋਰਡਿੰਗਲੀ ਅਸੀਂ ਹਰਬਲ ਇੰਗਰੀਡੀਐਂਟ ਸਿਲੈਕਟ ਕਰ ਸਕਦੇ ਹਾਂ, ਠੀਕ ਹੈ। ਮਾਰਕੀਟਡ ਪ੍ਰਿਪਰੇਸ਼ਨ ਕਿਸੇ ਕਿਸੇ ਦੀ ਆਲਰੇਡੀ ਅਵੇਲੇਬਲ ਹੈਗੀ ਆ, ਠੀਕ ਹੈ। ਸੋ ਥੀਸ ਆਲ ਆਰ ਦਾ ਐਗਜ਼ਾਮਪਲਸ ਆਫ ਦ ਡਿਫਰੈਂਟ ਹਰਬਲ ਪ੍ਰੈਪਰੇਸ਼ਨ। ਸੋ ਤੁਹਾਨੂੰ ਯਾਦ ਹੀ ਕਰਨੀਆਂ ਪੈਣੀਆਂ ਕਿਉਂਕਿ ਤਿੰਨ ਹੈਗੇ ਆ, ਤਿੰਨੋਂ ਕੈਟਾਗਰੀ ਵਾਈਜ਼ ਤੁਸੀਂ ਆਪਣੀ 5-5 ਹਰਬਲ ਐਗਜ਼ਾਮਪਲਸ ਜਿਹੜੀਆਂ ਯਾਦ ਕਰ ਲਓ। Hair care, skin care, lip care. The usage of herbal cosmetic has been increased to manifold in personal care system and there is a great demand for the herbal cosmetic. The use of bioactive ingredient in cosmetic influence biological function of skin and provide nutrient necessary for the health skin care. There is a tremendous scope to launch numerous herbal cosmetic using appropriate bioactive ingredient with suitable fatty oil, essential oil, proteins and additives. So ਉਹਨੇ ਕਿਹਾ ਕਿ ਕੰਕਲੂਡ ਕੀ ਕੀਤਾ ਕਿ ਜਿਹੜੇ ਹਰਬਲ ਕਾਸਮੈਟਿਕ ਦਾ ਯੂਜ਼ ਬਹੁਤ ਜ਼ਿਆਦਾ ਹੋ ਚੁੱਕਿਆ, ਮੈਨੀਫੋਲਡ ਮਤਲਬ ਕਈ ਗੁਣਾ ਵੱਧ ਗਿਆ, ਲੋਕੀ ਇਸ ਚੀਜ਼ ਵੱਲ ਜ਼ਿਆਦਾ ਇਨਵੋਲਵ ਹੋ ਗਏ ਆ। ਕਾਹਦੇ ਲਈ? ਪਰਸਨਲ ਕੇਅਰ ਸਿਸਟਮ ਦੇ ਲਈ, ਆਪਣੇ ਆਪ ਨੂੰ ਬਿਊਟੀਫਾਈ ਕਰਨ ਦੇ ਲਈ, ਆਪਣੀ ਬੋਡੀ ਦੀ ਕੇਅਰ ਕਰਨ ਦੇ ਲਈ ਹਰਬਲ ਕਾਸਮੈਟਿਕ ਜ਼ਿਆਦਾ ਯੂਜ਼ ਕਰਦੇ ਪਏ। ਸੋ ਦੇ ਆਰ ਗ੍ਰੇਟ ਇਨ। ਫਿਰ ਉਹਨੇ ਕੀ ਕਿਹਾ ਹੈ ਕਿ ਜਿਹੜੇ ਬਾਇਓਐਕਟਿਵ ਇੰਗਰੀਡੀਐਂਟ ਹੁੰਦੇ ਜਿਹੜੇ ਕਾਸਮੈਟਿਕ ਦੇ ਵਿੱਚ, ਕਿਉਂਕਿ ਉਹ ਜਿਹੜੇ ਬਾਇਓਐਕਟਿਵ ਇੰਗਰੀਡੀਐਂਟ ਮਤਲਬ ਕਿ ਹਰਬਲ ਬੇਸਡ, ਠੀਕ ਹੈ। ਸੋ ਬੇਸਿਕਲੀ ਕਰਦੇ ਕਿ ਬਾਇਓਲੋਜੀਕਲ ਫੰਕਸ਼ਨ ਜਿਹੜੇ ਹੈਗੇ ਸਕਿਨ ਦੇ ਉਹਨੂੰ ਇਨਫਲੂਐਂਸ ਕਰਦੇ, ਇਫੈਕਟ ਕਰਦੇ ਆ ਔਰ ਨਿਊਟ੍ਰੀਐਂਟਸ ਵੀ ਪ੍ਰੋਵਾਈਡ ਕਰਦੇ ਪਏ ਆ ਤਾਂ ਕਿ ਹੈਲਦੀ ਵੀ ਸਕਿਨ ਵੀ ਹੈਲਦੀ ਹੋਵੇ, ਹੇਅਰਸ ਵੀ ਹੈਲਦੀ ਹੋਣ। ਅਗਰ ਆਪਾਂ ਕੋਈ ਵੀ ਇੰਗਰੀਡੀਐਂਟ ਇਹੋ ਜਿਹੇ ਇਨਕੋਰਪੋਰੇਟ ਕਰਦੇ ਪਏ ਤਾਂ ਸਾਡੀ ਓਰਲ ਕੇਅਰ ਵੀ ਜਿਹੜੀ ਹੈਗੀ ਆ ਬੋਡੀ ਨੂੰ ਪ੍ਰੋਵਾਈਡ ਕੀਤੀ ਜਾਂਦੀ ਪਈ ਆ, ਠੀਕ ਹੈ। ਬਹੁਤ ਜ਼ਿਆਦਾ ਸਕੋਪ ਹੈਗਾ ਹਰਬਲ ਕਾਸਮੈਟਿਕ ਦਾ ਕਿਉਂਕਿ ਬਹੁਤ ਸਾਰੇ ਬਾਇਓਐਕਟਿਵ ਇੰਗਰੀਡੀਐਂਟਸ ਹੈਗੇ ਆ ਜਿਹੜੇ ਕਿ ਸੂਟੇਬਲ ਹੈਗੇ ਆ। ਅਸੀਂ ਉਹਨਾਂ ਨੂੰ ਫੈਟੀ ਆਇਲਸ ਦੇ ਨਾਲ, ਐਸੈਂਸ਼ੀਅਲ ਆਇਲਸ ਦੇ ਨਾਲ ਜਾਂ ਕੋਈ ਹੋਰ ਐਡੀਟਿਵਸ ਦੇ ਨਾਲ ਦਈਏ ਤਾਂ ਉਹਨਾਂ ਦੀ ਕੰਪੈਟੀਬਿਲਿਟੀ ਜਿਹੜੀ ਬਹੁਤ ਜ਼ਿਆਦਾ ਰਿਕਮੈਂਡ ਕੀਤੀ ਜਾਂਦੀ ਹੈ। ਸੋ ਇਟ ਹੈਜ਼ ਟ੍ਰੈਮੈਂਡਸ। ਸੋ ਦਿਸ ਇਜ਼ ਆਲ ਅਬਾਊਟ ਹਰਬਲ ਕਾਸਮੈਟਿਕ। ਮੈਂ ਇਹਦੇ ਵਿੱਚ ਤੁਹਾਡੇ ਨਾਲ ਜਨਰਲ ਜਿਹੜਾ ਹੈਗਾ ਡਿਸਕਸ ਕੀਤਾ। ਇਸ ਤੋਂ ਇਲਾਵਾ 2 ਆਰਟੀਕਲ ਵੀ ਮੈਂ ਤੁਹਾਨੂੰ ਸ਼ੇਅਰ ਕਰੂੰਗੀ, ਉਹਦੇ ਵਿੱਚ ਥੋੜੀ ਡਿਟੇਲ ਦਿੱਤੀ ਹੋਈ ਹੈ, ਠੀਕ ਹੈ। ਸੋ ਆਰਟੀਕਲ ਆਪਣੇ ਅਕੋਰਡਿੰਗਲੀ ਤੁਸੀਂ ਰੀਡ ਆਊਟ ਕਰਨਾ ਆ, ठीक है। बाकी जो ਤੁਹਾਨੂੰ नहीं समझ आया यू कैन आस्क।
Okay, Mohini, Anita. हाँ जी मैम। ਹਾਂਜੀ ਮੈਮ। So I'm going to ਮੈਮ end the ਮੈਂ class. ਹਾਂਜੀ ਤੁਹਾਨੂੰ ਮੈਂ ਪੁੱਛਣਾ ਸੀਗਾ, ਜਿਹੜੀ ਤੁਸੀਂ ਅਸਾਈਨਮੈਂਟ ਦਿੱਤੀ ਆ ਹਾਂਜੀ ਉਹਦੀ ਜਿਵੇਂ ਸਨ ਪ੍ਰੋਟੈਕਸ਼ਨ ਐਂਡ ਸਨਸਕ੍ਰੀਨਸ ਹੈ, ਉਹਨਾਂ ਦੀ ਕਲਾਸੀਫਿਕੇਸ਼ਨ ਤੇ ਰੈਗੂਲੇਟਰੀ ਐਸਪੈਕਟਸ ਵੀ ਲਿਖਣੇ ਆ, ਹਾਂਜੀ ਹਾਂਜੀ ਬਿਲਕੁਲ। ਇਵੈਲੂਏਸ਼ਨ ਵਗੈਰਾ। ਤੁਹਾਨੂੰ ਜੋ ਮੈਂ ਟੌਪਿਕ ਦੇ ਵਿੱਚ ਲਿਖਿਆ ਹੋਇਆ ਹੈ ਨਾ, ਡਿਜ਼ਾਈਨ ਬਾਰੇ ਤੁਹਾਡੇ ਨਾਲ ਗੱਲ ਕੀਤੀ ਹੋਈ ਹੈ ਸ਼ਾਇਦ ਉਹਦੇ ਵਿੱਚ ਨਾ। ਹੁਣ ਐਗਜ਼ੈਕਟ ਮੈਨੂੰ ਯਾਦ ਨਹੀਂ ਕਿ ਮੈਂ ਤੁਹਾਨੂੰ ਟੌਪਿਕ ਕੀ ਦਿੱਤਾ ਹੋਇਆ ਆ। ਮੈਮ ਟੌਪਿਕ ਡਿਜ਼ਾਈਨ ਆਫ ਕਾਸਮੈਟਿਕਲ ਪ੍ਰੋਡਕਟ ਸਨ ਤੁਹਾਨੂੰ ਲਿਖਿਆ ਹੋਇਆ ਪ੍ਰੋਟੈਕਸ਼ਨ। ਨਾ ਡਿਜ਼ਾਈਨ ਆਫ ਕਾਸਮੈਟਿਕਲ ਪ੍ਰੋਡਕਟ। ਡਿਜ਼ਾਈਨ ਦੇ ਵਿੱਚ ਤੁਹਾਡੇ ਰੈਗੂਲੇਟਰੀ ਐਸਪੈਕਟ ਆਉਂਦੇ ਆ, ਉਹਦੀ ਟੋਟਲ ਕਲਾਸੀਫਿਕੇਸ਼ਨ ਆ ਜਾਂਦੀ ਹੈ। ਇਵੈਲੂਏਸ਼ਨ ਤੁਸੀਂ ਇੱਕ ਦੋ ਟੈਸਟ ਜਿੱਦਾਂ ਆਪਾਂ ਤੁਸੀਂ ਉਹਦੇ ਵਿੱਚ ਲਿਖ ਸਕਦੇ ਹੋ, ਬਹੁਤ ਜ਼ਿਆਦਾ ਡਿਟੇਲ ਨਹੀਂ ਕਰਨੀ। ਆਲਰਾਈਟ, ਥੈਂਕ ਯੂ ਮੈਮ। हाँ जी मैम। ਓਕੇ ਥੈਂਕ ਯੂ। ਥੈਂਕ ਯੂ। ओके मैम, थैंक यू।